ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। बहुत बहुत शुक्रिया रंधावा जी। ਭਾਸਕਰ ਸਾਹਿਬ, ਪੰਜਾਬ ਦੀ ਰਾਜਨੀਤੀ ਬੜੀ ਗਰਮ ਹੋ ਗਈ। ਤੁਸੀਂ ਤਾਂ ਦਿੱਲੀ ਡੇਰੇ ਲਾ ਕੇ ਬੈਠੇ ਹੋ। ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਹ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਅੰਦਰ ਦੇਣ ਦੀ ਗੱਲ ਹੋਈ ਆ ਔਰ ਕੱਲ ਨੂੰ 11 ਵਜੇ ਪੂਰਾ ਦਰਵਾਜ਼ਾ ਖੜਕਾਇਆ ਜਾਊਗਾ ਮੁੱਖ ਮੰਤਰੀ ਦਾ। ਸਾਰੀ ਕੋਰ ਕਮੇਟੀ ਜਾਊਗੀ ਔਰ ਕਹੂਗੀ ਸਾਨੂੰ ਸਾਰਿਆਂ ਨੂੰ ਫੜ ਕੇ ਅੰਦਰ ਕਰ ਦਿਓ। ਤੇ ਜੇ ਕਿਧਰੇ ਖੁਦਾ ਨਾ ਖਾਸਤਾ ਉਹ ਕਹਿੰਦੇ ਜੀ ਬਿਨਾਂ ਕੋਈ ਦੋਸ਼ ਦੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਇਆ ਗਿਆ ਤਾਂ ਅਸੀਂ ਜਾਮ ਕਰ ਦਿਆਂਗੇ, ਪੰਜਾਬ ਨੂੰ ਜੇਲ੍ਹਾਂ ਭਰ ਦਿਆਂਗੇ, ਅਸੀਂ ਸਾਰੇ ਦੇ ਸਾਰੇ ਅੰਦੋਲਨ ਚਲਾਵਾਂਗੇ, ਜੇਲ੍ਹ ਭਰੋ। ਉਹਨਾਂ ਨੇ ਪੁਰਾਣਾ ਜ਼ਿਕਰ ਵੀ ਕਰਤਾ ਕਿ ਪਹਿਲਾਂ ਇਹ ਮੈਨੂੰ ਅੰਦਰ ਦੇਣ ਨੂੰ ਫਿਰਦੇ ਸੀ, ਉਹਨਾਂ ਰਾਜਾ ਵੜਿੰਗ ਤੇ ਵੀ ਹਮਲਾ ਬੋਲਿਆ, ਸਿੱਧੂ ਨੂੰ ਵੀ ਨਹੀਂ ਛੱਡਿਆ। ਲੇਕਿਨ ਅਹਿਮ ਸਵਾਲ ਆ ਕਿ ਕੀ ਸੱਚਮੁੱਚ ਇਸ ਤਰ੍ਹਾਂ ਦੀ ਕੋਈ ਕਵਾਇਦ ਆ ਜਿਹਦੀ ਗੁਪਤ ਸੂਚਨਾ ਸੁਖਬੀਰ ਸਿੰਘ ਬਾਦਲ ਕੋਲ ਆ? ਕੀ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦਾ ਅਨੈਤਿਕ ਕੰਮ ਉਹਨਾਂ ਦੇ ਹਿਸਾਬ ਨਾਲ ਜਾਂ ਗੈਰ ਕਾਨੂੰਨੀ ਕੰਮ, ਜਿਵੇਂ ਉਹਨਾਂ ਨੇ ਅਫਸਰਾਂ ਤੇ ਵੀ ਇਲਜ਼ਾਮ ਲਾਇਆ ਵੀ ਤੁਸੀਂ ਵੀ ਭਾਈ ਸੰਭਲ ਕੇ, ਫਿਰ ਉਹਨਾਂ ਕਮਿਸ਼ਨ ਬਣਾਉਣ ਦੀ ਵੀ ਗੱਲ ਕੀਤੀ, ਜਿਹੜੇ ਹਜ਼ਾਰਾਂ ਕੇਸ ਉਹਨਾਂ ਕਿਹਾ ਕਿ ਕਾਂਗਰਸੀਆਂ ਨੇ ਕਰਾਏ ਨੇ, ਕਾਂਗਰਸੀਆਂ ਦੀ ਸ਼ਹਿ ਤੇ ਅਕਾਲੀਆਂ ਦੇ ਖਿਲਾਫ ਹੋਏ ਆ, ਅਸੀਂ ਉਹਨਾਂ ਨੂੰ ਕਮਿਸ਼ਨ ਬਣਾ ਕੇ ਸਿਰਿਓਂ ਖਾਰਜ ਕਰਾਂਗੇ। ਇੱਕ ਉਹਨਾਂ ਨਸ਼ੇ ਦੇ ਮਾਮਲੇ 'ਚ ਚੁਣੌਤੀ ਦਿੱਤੀ ਆ ਕਿ ਜੇ ਜੁਰਤ ਆ, ਜੇ ਦਮ ਆ ਤਾਂ ਕਿਸੇ ਮੌਜੂਦਾ ਜੱਜ ਤੋਂ ਜਾਂਚ ਕਰਾ ਲਓ ਨਸ਼ੇ ਦੇ ਮਾਮਲਿਆਂ 'ਚ। ਗੱਲ ਵੱਡੀ ਹੋ ਗਈ ਆ। ਜੇ ਪੰਜਾਬ ਸਰਕਾਰ ਕੁਝ ਇਸ ਤਰ੍ਹਾਂ ਕਰਨ ਜਾ ਰਹੀ ਆ ਤੇ ਜੇ ਕੁਝ ਗਲਤ ਕਰਨ ਜਾ ਰਹੀ ਆ, ਇਲੈਕਸ਼ਨ ਨੂੰ ਧਿਆਨ 'ਚ ਰੱਖਦੇ ਆ, ਉਹਦਾ ਖੰਡਨ ਕਰਨਾ ਬਣਦਾ ਹੈ। ਲੇਕਿਨ ਜੇ ਨਿਰਪੱਖ ਜਾਂਚ ਹੁੰਦੀ ਹੋਵੇ ਤਾਂ ਉਹਦੀ ਬੁਰਾਈ ਕੀ ਆ? ਇਹ ਵੱਡਾ ਸਵਾਲ ਹੈ, ਇਹਦੇ ਤੇ ਗੱਲ ਕਰਾਂਗੇ। ਦੂਜੇ ਬੰਨੇ ਕਾਂਗਰਸ ਦਾ ਕਲੇਸ਼ ਬਹੁਤ ਭਾਰੀ ਹੋ ਗਿਆ। ਅੱਜ ਦੋ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਸਿੱਧਿਓਂ ਲੈ ਲੈਂਦੇ ਆ। ਅੱਜ ਉਹੀ ਬਾਗੀਆਂ ਸੁਰਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸੀ, ਉਹੀ ਨੌਜਵਾਨ ਐਮਐਲਏ ਜਿਹੜੇ ਕਦੇ ਸਿੱਧੂ ਦੇ ਆਲੇ ਦੁਆਲੇ ਤੁਰੇ ਫਿਰਦੇ ਸੀਗੇ, ਅੱਜ ਉਹਨਾਂ ਨੇ ਸਿੱਧੂ ਨੂੰ ਸਿੱਧੇ ਸਵਾਲ ਕਰਤੇ ਆ ਕਿ ਠੀਕ ਆ ਤੁਹਾਡੇ ਮੁੱਦੇ ਜਾਇਜ਼ ਨੇ, ਪਾਰਟੀ ਪਲੇਟਫਾਰਮ ਤੇ ਰੱਖੋ, ਡਿਸਪਲਿਨ ਕਿਉਂ ਤੋੜਦੇ ਹੋ? ਇਹਦਾ ਮਤਲਬ ਹੈ ਕਿ ਇੱਕ ਖਾਸ ਤਰ੍ਹਾਂ ਦੀ ਸਕ੍ਰਿਪਟ ਵੀ ਲਿਖੀ ਜਾ ਚੁੱਕੀ ਆ ਜਿਹਦੇ ਉੱਤੇ ਅਮਲ ਸਲਾਈਟਲੀ ਸ਼ੁਰੂ ਹੋ ਗਿਆ। ਹੁਣ ਸਿੱਧੂ ਨੂੰ ਅੰਦਰੋਂ ਨਿਸ਼ਾਨੇ ਤੇ ਲਿਆ ਜਾਊਗਾ, ਜਿਵੇਂ ਕੈਪਟਨ ਨੂੰ ਬਾਹਰ ਦਾ ਰੁਖ ਦਿਖਾਇਆ ਸੀਗਾ, ਕਿਵੇਂ ਐਵੇਂ ਤਾਂ ਨਹੀਂ। ਲੇਕਿਨ ਜਾਖੜ ਔਰ ਸਿੱਧੂ ਦੇ ਵਿੱਚ ਸਿੱਧੀ ਜੰਗ ਛਿੜ ਚੁੱਕੀ ਹੈ। ਜਿਹੜਾ ਹਮਲਾ ਸਿੱਧੂ ਨੇ ਜਾਖੜ ਤੇ ਬੋਲਿਆ ਸੀ, ਉਹਦਾ ਬਦਲਵਾਂ, ਉਹਦਾ ਮੋੜਵਾਂ ਹੱਲਾ ਜਾਖੜ ਕਰ ਚੁੱਕਿਆ। ਔਰ ਹੁਣ ਫਿਰ ਇੱਕ ਵਾਰੀ ਲੀਕਾਂ ਖਿੱਚੀਆਂ ਗਈਆਂ, ਧੜੇਬੰਦੀਆਂ ਕਲੀਅਰ ਹੋ ਰਹੀਆਂ। ਤੀਜਾ ਸਵਾਲ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਪੰਜਾਬ 'ਚ ਕਾਂਗਰਸ ਦੇ ਇੰਚਾਰਜ ਪੰਜਾਬ ਲਈ ਹਰੀਸ਼ ਚੌਧਰੀ, ਉਹਨਾਂ ਨੂੰ ਬਹੁਤ ਉਸ ਪੱਧਰ ਤੱਕ ਲਿਆ ਜਿੱਥੋਂ ਤੱਕ ਕਿਸੇ ਨੂੰ ਵੈਸੇ ਆਮ ਤੌਰ ਤੇ ਅਮਰਿੰਦਰ ਸਿੰਘ ਲੈਂਦੇ ਨਹੀਂ। ਉਹਨਾਂ ਨੂੰ ਇੱਕ ਕਤਲ ਕੇਸ ਦੇ ਵਿੱਚ ਜਿਹੜਾ ਦੋਸ਼ੀ ਕਿਹਾ ਉਹਨਾਂ ਨੇ ਕਿਹਾ ਕਿ ਕਤਲ ਕੇਸ ਵਿੱਚ ਫਸਿਆ ਹੋਇਆ, ਬਰਖਾਸਤ ਕੀਤਾ ਹੋਇਆ, ਆਪਣੀ ਨੌਕਰੀ ਤੋਂ ਕੱਢਿਆ ਹੋਇਆ, ਪਤਾ ਨਹੀਂ ਕਿਹੜੇ ਸ਼ਬਦ, ਜਿਹਦੇ ਖਿਲਾਫ ਉੱਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ CBI ਨੂੰ ਜਾਂਚ ਦਿੱਤੀ ਆ। ਇਹ ਵਿਸ਼ੇਸ਼ਣ ਵਰਤ ਲਏ ਆ ਅਮਰਿੰਦਰ ਸਿੰਘ ਨੇ। ਉਹਨਾਂ ਨੇ ਕਿਹਾ ਕਿ ਇਹ ਇੱਕ ਮੰਤਰੀ ਦੇ ਬੰਗਲੇ ਤੇ ਕਬਜ਼ਾ ਕਰਕੇ ਬੈਠਾ ਹੈ ਔਰ ਨਾਲ ਦੀ ਨਾਲ ਪੰਜਾਬ ਭਵਨ ਕਬਜ਼ਾਇਆ ਹੋਇਆ। ਇਹ ਕਿਸ ਸੰਵਿਧਾਨਕ ਹੱਕ ਨਾਲ ਮੰਤਰੀਆਂ ਤੇ ਮੁੱਖ ਮੰਤਰੀ ਨੂੰ ਡਿਕਟੇਟ ਕਰ ਰਿਹਾ ਹੈ? ਔਰ ਨਾਲ ਦੀ ਨਾਲ ਉਹਨਾਂ ਨੇ ਸਵਾਲ ਕਰਤਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਹੈ ਕਿ ਇਹਨਾਂ ਦੇ ਖਰਚੇ ਕੌਣ ਬਰਦਾਸ਼ਤ ਕਰ ਰਿਹਾ, ਮੈਨੂੰ ਦੱਸਿਆ ਜਾਵੇ। ਉਹਨਾਂ ਕਿਹਾ ਮੈਂ ਬਥੇਰੇ ਜਨਰਲ ਸਕੱਤਰਾਂ ਨਾਲ ਕੰਮ ਕੀਤਾ, ਇਹ ਪਹਿਲਾ ਜਨਰਲ ਸਕੱਤਰ ਆ ਜਿਹੜਾ ਪੰਜਾਬ ਦੇ ਵਿੱਚ ਬਹਿ ਕੇ ਕੰਮ ਕਰ ਰਿਹਾ, ਇੱਥੇ ਆਉਣ ਦੀ ਲੋੜ ਨਹੀਂ ਹੁੰਦੀ, ਇਹ ਤਾਂ ਪੁਲ ਦਾ ਕੰਮ ਕਰਨਾ ਹੁੰਦਾ। ਬੜਾ ਤਿੱਖਾ ਜਿਹੜਾ ਲੜਾਈ ਦਾ ਮਾਹੌਲ ਬਣ ਗਿਆ। ਮੈਂ ਭਾਸਕਰ ਸਾਹਿਬ ਪਹਿਲਾਂ ਸੁਖਬੀਰ ਸਿੰਘ ਬਾਦਲ ਜੋ ਕਹਿ ਰਹੇ ਆ ਉਹਦੇ ਤੋਂ ਤੁਹਾਨੂੰ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਉਹਨਾਂ ਨੂੰ ਸੁਣਿਆ। ਬਿਲਕੁਲ ਠੀਕ ਕਹਿ ਰਹੇ ਤੁਸੀਂ। ਸੁਖਬੀਰ ਬਾਦਲ ਉਹਨਾਂ ਨੇ ਕੁਝ ਦਿਨ ਪਹਿਲੇ ਵੀ ਇਦਾਂ ਦੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਬੇਅਦਬੀਆਂ ਦੇ ਮੁੱਦੇ ਤੇ ਨਕਲੀ ਗਵਾਹ ਬਣਾ ਕੇ ਮੇਰੇ ਖਿਲਾਫ ਇੱਕ ਸਾਜ਼ਿਸ਼ ਚੱਲ ਰਹੀ ਹੈ। ਉਹ ਸਾਜ਼ਿਸ਼ ਗਵਰਨਰ ਗੈਸਟ ਹਾਊਸ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ DGP ਚੰਨੀ, ਹੋਰ ਵੱਡੇ ਆਗੂ ਤੇ ਅਫਸਰ ਸ਼ਾਮਿਲ ਹੋਏ ਸੀਗੇ। ਉਸ ਤੋਂ ਬਾਅਦ ਉਹ ਮੂਵ ਤੇ ਨਹੀਂ ਚੱਲੀ, ਯਾਨੀ ਬੇਅਦਬੀਆਂ ਦੇ ਮੁੱਦੇ ਤੇ ਸੁਖਬੀਰ ਉਹਨਾਂ ਨੂੰ ਅਰੈਸਟ ਕਰਨ ਦੀ ਗੱਲ ਅਖਬਾਰਾਂ ਦੀ ਸੁਰਖੀਆਂ ਤੱਕ ਬਣ ਗਈ ਸੀ ਕਿ ਬੜੀ ਛੇਤੀ ਇਹ ਕੰਮ ਹੋ ਸਕਦਾ ਹੈ। ਉਹ ਤੇ ਨਹੀਂ ਹੋਇਆ। ਪਰ ਜਦ ਪਰਸੋਂ ਇਹ ਬਿਆਨ ਆਇਆ ਨਵਜੋਤ ਸਿੰਘ ਸਿੱਧੂ ਦਾ, ਜੇ ਬੰਦ ਲਿਫਾਫੇ ਨਹੀਂ ਖੋਲੇ ਗਏ ਔਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੋਇਆ ਤੇ ਉਹ ਮਰਨ ਵਰਤ ਰੱਖ ਲੈਣਗੇ। ਉਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਉਹਨਾਂ ਦੀ ਦੇਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਕਰਨਾ
ਕਿ ਬੜੇ ਸਾਰੇ ਅਫਸਰਾਂ ਨੂੰ ਬੁਲਾ ਕੇ ਇਹ ਹਿਦਾਇਤ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਇਹ ਐਲਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ ਕਿ ਮਰਨ ਵਰਤ ਤੇ ਮੈਂ ਚਲੇ ਜਾਊਂਗਾ, ਕਿਉਂਕਿ ਉਹ ਸਾਜ਼ਿਸ਼ ਰਚੀ ਜਾ ਚੁੱਕੀ ਸੀ ਔਰ ਵਿਕਰਮ ਉਹਨਾਂ ਦੇ ਖਿਲਾਫ FIR ਦਰਜ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਕਦੀ ਵੀ ਹੋ ਸਕਦਾ ਹੈ। ਨਾਲ ਦੇ ਨਾਲ ਉਹਨਾਂ ਨੇ ਉਹਨਾਂ ਅਫਸਰਾਂ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਯਾਦ ਹੋਏਗਾ ਪਿਛਲੇ ਇਲੈਕਸ਼ਨ ਤੋਂ ਪਹਿਲੇ ਵੀ ਜਦ 2007 ਦੇ ਵਿੱਚ ਕਾਂਗਰਸ ਦੀ ਸਰਕਾਰ ਜਾਣੀ ਸੀਗੀ ਤੇ ਅਕਾਲੀਆਂ ਦੀ ਸਰਕਾਰ ਆਈ ਸੀਗੀ, ਉਦੋਂ ਵੀ ਸੁਖਬੀਰ ਬਾਦਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਇੱਕ ਡਾਇਰੀ ਬਣਾ ਰਿਹਾ, ਉਸ ਡਾਇਰੀ ਦੇ ਵਿੱਚ ਉਹਨਾਂ ਅਫਸਰਾਂ ਦਾ ਨਾਮ ਹੋਏਗਾ ਜੋ ਸਾਡੇ ਨਾਲ ਵਧੀਕੀਆਂ ਕਰ ਰਹੇ। ਕੁਝ ਏਦਾਂ ਦੀ ਹੀ ਧਮਕੀ ਅੱਜ ਵੀ ਸੁਖਬੀਰ ਬਾਦਲ ਨੇ ਦਿੱਤੀ ਔਰ ਇੱਥੇ ਤੱਕ ਵੀ ਕਿਹਾ ਕਿ ਕੱਲ 11 ਵਜੇ ਸਾਡੀ ਪੂਰੀ ਕੋਰ ਕਮੇਟੀ ਸੂਬੇ ਦੀ ਉਹ ਮੁੱਖ ਮੰਤਰੀ ਨੂੰ ਮਿਲਣ ਜਾਏਗੀ ਔਰ ਜੇ ਕਿਤੇ ਕੋਈ ਐਦਾਂ ਦਾ ਐਕਸ਼ਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਿੱਤਾ ਗਿਆ ਤੇ ਪੰਜਾਬ ਦੇ ਵਿੱਚ ਜੇਲਾਂ ਭਰ ਦਿੱਤੀ ਜਾਣਗੀਆਂ, ਧਰਨੇ ਪ੍ਰਦਰਸ਼ਨ ਤੇਜ਼ ਹੋ ਜਾਣਗੇ ਔਰ ਅਸੀਂ ਕਿਸੇ ਵੀ ਤਰੀਕੇ ਨਾਲ ਇਸ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਤੇ ਚਲੋ ਇਹ ਧਮਕੀ ਹੁੰਦੀ ਹੈ, ਸਾਰੇ ਲੀਡਰ ਦਿੰਦੇ ਹੁੰਦੇ ਆ, ਪਰ ਜੇ ਕਿਤੇ ਤੱਥ ਦੇ ਆਧਾਰ ਦੇ ਉੱਤੇ ਕੋਈ ਐਕਸ਼ਨ ਹੋਇਆ, ਸਵਾਲ ਤੇ ਤਦ ਵੀ ਉੱਠੇਗਾ ਕਿ ਜਿਸ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਂ ਉਸ ਰਿਪੋਰਟ ਜਿਹੜੀ STF ਦੀ ਜਿਹਨੂੰ ਆਪਾਂ ਕਹਿੰਦੇ ਆ ਬੰਦ ਲਿਫਾਫੇ ਦੇ ਵਿੱਚ ਜਿਹੜੀ ਰਿਪੋਰਟ ਬੰਦ ਪਈ ਹੈ, ਉਸ ਰਿਪੋਰਟ ਦੇ ਖਿਲਾਫ 3 ਸਾਲ ਬਾਅਦ ਕੋਈ ਐਕਸ਼ਨ ਹੁੰਦਾ ਹੈ, ਪੁੱਛਿਆ ਤੇ ਇਹ ਵੀ ਜਾਏਗਾ ਕਿ 3 ਸਾਲ ਪਹਿਲੇ ਐਕਸ਼ਨ ਕਿਉਂ ਨਹੀਂ ਹੋਇਆ ਸੀ ਔਰ ਉਸ ਰਿਪੋਰਟ ਦੇ ਉੱਤੇ ਐਕਸ਼ਨ ਲੈਣ ਵਾਸਤੇ ਕੋਰਟ ਨੇ ਸਰਕਾਰ ਨੂੰ ਲਿਖਿਆ ਸੀਗਾ ਔਰ ਸਰਕਾਰ ਨੇ ਬੰਦ ਲਿਫਾਫੇ ਦੇ ਵਿੱਚ ਇੱਕ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਸੀ ਜਿਹਨੂੰ ਆਪਾਂ ਕਹਿੰਦੇ ਐਕਸ਼ਨ ਟੇਕਨ ਰਿਪੋਰਟ। ਹਾਲਾਂਕਿ ਜਦ ਵੀ ਸਿੱਧੂ ਨਾਲ ਗੱਲ ਕਰਦੇ ਨੇ ਉਸ ਬੰਦ ਲਿਫਾਫੇ ਦੇ ਵਿੱਚ STF ਦੀ ਰਿਪੋਰਟ ਦੀ ਗੱਲ ਤੇ ਕਰਦੇ ਨੇ, ਪਰ ਐਕਸ਼ਨ ਟੇਕਨ ਰਿਪੋਰਟ ਦੇ ਬਾਰੇ ਚ ਕੋਈ ਬਹੁਤਾ ਜ਼ਿਕਰ ਨਹੀਂ ਹੁੰਦਾ। ਪਰ ਐਕਸ਼ਨ ਕੀ ਹੁਣ ਹੋਣ ਲੱਗਾ ਹੈ? ਜੇ ਐਕਸ਼ਨ ਹੁਣ ਹੋਣ ਲੱਗਾ ਤੇ ਇੰਨੀ ਦੇਰ ਕਿਉਂ ਲੱਗੀ? ਸੁਖਬੀਰ ਬਾਦਲ ਨੂੰ ਇਹ ਗੱਲ ਕਿੱਦਾਂ ਪਤਾ ਲੱਗੀ? ਕਿਹੜੇ ਅਫਸਰਾਂ ਦੇ ਨਾਲ ਉਹਨਾਂ ਦੇ ਡਾਇਰੈਕਟ ਲਿੰਕ ਹੈਗੇ ਆ ਜਿਹੜੇ ਅਫਸਰ ਇੱਧਰ ਦੱਸ ਦਿੰਦੇ ਹੁੰਦੇ ਆ ਕਿ ਇਹ ਹੋਣ ਜਾ ਰਿਹਾ ਹੈ? ਜੇ ਪਹਿਲੇ ਬੇਅਦਬੀਆਂ ਦੇ ਮੁੱਦੇ ਤੇ ਰਣਬੀਰ ਖੱਟਰਾ ਉਹਨਾਂ ਦੇ ਰਾਹੀਂ ਇੱਕ ਗਵਾਹ ਤਿਆਰ ਕੀਤਾ ਗਿਆ ਸੀਗਾ ਤੇ ਉਸ ਗੱਲ ਦਾ ਖੁਲਾਸਾ ਸੁਖਬੀਰ ਸਿੰਘ ਬਾਦਲ ਉਹਨਾਂ ਕੋਲ ਪਹਿਲੇ ਹੀ ਸੀਗਾ। ਯਾਨੀ ਇਹ ਜਿਹੜੇ ਹਾਲਾਤ ਚੱਲ ਰਹੇ ਨੇ ਉਹ ਕਨਸਪੀਰੇਸੀ ਤੇ ਹੈਗੀ ਹੈ। ਕਨਸਪੀਰੇਸੀ ਆਪਾਂ ਇਸ ਕਰਕੇ ਕਹਿੰਦੇ ਆ ਕਿ ਜਿਸ ਰਿਪੋਰਟ ਦੇ ਉੱਤੇ ਅਗਰ ਆਪ 3 ਸਾਲ ਬਾਅਦ ਐਕਸ਼ਨ ਲੈਂਦੇ ਹੋ, ਉਹ ਵੀ ਪੋਲੀਟੀਕਲ ਸਟੇਜਾਂ ਤੋਂ ਉਸ ਰਿਪੋਰਟ ਦਾ ਜ਼ਿਕਰ ਕਰਕੇ ਜਦ ਸਿੱਧੂ ਹੋਣਾ ਇਹ ਗੱਲ ਕਹਿੰਦੇ ਨੇ ਕਿ ਤੁਹਾਨੂੰ ਯਾਦ ਹੋਏਗਾ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀਗੇ ਤਦ ਵੀ ਸਿੱਧੂ ਉਹਨਾਂ ਇਹ ਕਹਿੰਦੇ ਸੀ ਮੈਨੂੰ ਇੱਕ ਵਾਰ ਹੋਮ ਮਿਨਿਸਟਰੀ ਦੇ ਦਿਓ, ਮੈਂ ਬਾਦਲਾਂ ਨੂੰ ਵੀ ਅੰਦਰ ਕਰ ਦੂੰਗਾ, ਵਿਕਰਮ ਮਜੀਠੀਆ ਨੂੰ ਵੀ ਅੰਦਰ ਕਰ ਦੂੰਗਾ। ਜਦ ਉਹ ਏਦਾਂ ਦੇ ਭਾਸ਼ਣ ਸਿਆਸੀ ਸਟੇਜਾਂ ਤੋਂ ਦਿੰਦੇ ਨੇ ਤੇ ਕੋਰਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਆਰੋਪੀ ਹੈਗੇ ਨੇ, ਜਿਹੜੇ ਅਕਿਊਜ਼ ਹੈਗੇ ਨੇ, ਜਿਨ੍ਹਾਂ ਦੇ ਖਿਲਾਫ ਤੁਸੀਂ ਐਕਸ਼ਨ ਲੈਣਾ ਚਾਹੁੰਦੇ ਹੋ, ਉਹਨਾਂ ਨੂੰ ਕੋਰਟ ਦੇ ਵਿੱਚ ਫਾਇਦਾ ਮਿਲ ਜਾਂਦਾ, ਜਿਵੇਂ ਕਿ ਸੁਮੇਸ਼ ਸਿੰਘ ਸੈਣੀ ਉਹਨਾਂ ਦੇ ਕੇਸ ਵਿੱਚ ਹੋਇਆ। ਸੁਮੇਸ਼ ਸਿੰਘ ਸੈਣੀ ਉਹਨਾਂ ਨੂੰ ਬਲੈਂਕਟ ਬੇਲ ਇਸ ਕਰਕੇ ਮਿਲੀ ਕਿ 2022 ਤੱਕ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ, ਕੋਈ ਅਰੈਸਟ ਨਹੀਂ ਹੋਣੀ ਚਾਹੀਦੀ ਔਰ ਇੱਥੇ ਤੱਕ ਕਿ ਕੋਈ ਨਵੀਂ FIR ਵੀ ਅਗਰ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਦਰਜ ਹੋਏ ਤੇ ਉਹਦਾ ਵੀ ਫੈਸਲਾ, ਉਹਦੀ ਵੀ ਸੁਣਵਾਈ 2022 ਦੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੀ ਸ਼ੁਰੂ ਹੋਏਗੀ। ਕੁਝ ਐਦਾਂ ਦਾ ਹੀ ਇੱਕ ਤਰੀਕੇ ਨਾਲ ਕਹੀਏ ਕਿ ਫਾਇਦਾ ਜਾਂ ਫਿਰ ਕਾਨੂੰਨੀ ਰੂਪ ਵਿੱਚ ਇਸ ਗੱਲ ਨੂੰ ਇਸ ਤਰੀਕੇ ਨਾਲ ਰੱਖਿਆ ਜਾ ਸਕਦਾ ਹੈ ਕਿ ਇਟਸ ਅ ਕੇਸ ਆਫ ਪੋਲੀਟੀਕਲ ਵਿੰਦਤਾ, ਜਿਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਸ਼ਾਇਦ ਕੋਰਟ ਤੋਂ ਕੋਈ ਰਾਹਤ ਮਿਲ ਜਾਏ। ਕਈ ਵਾਰ ਤੁਸੀਂ ਹੁੰਦਾ ਹੈ ਕਿ ਸਿਆਸੀ ਸਟੇਜਾਂ ਤੋਂ ਤੁਸੀਂ ਬੜਕਾਂ ਤੇ ਮਾਰ ਦਿੰਦੇ ਹੋ, ਉਹਨਾਂ ਬੜਕਾਂ ਦਾ ਫਾਇਦਾ ਨੁਕਸਾਨ ਜਦ ਕੋਰਟਾਂ ਦੇ ਵਿੱਚ ਭੁਗਤਣਾ ਪੈਂਦਾ ਹੈ ਤੇ ਤੁਹਾਨੂੰ ਆਪ ਅਫਸੋਸ ਹੁੰਦਾ ਹੈ ਕਿ ਅਗਰ ਮੈਂ ਉਹ ਬੜਕ ਨਾ ਮਾਰਦਾ ਤੇ ਅੱਜ ਕਿਤੇ ਮੈਂ ਇਸ ਕੇਸ ਦੇ ਵਿੱਚ ਜੋ ਕੋਰਟ ਦਾ ਕੋਈ ਬਲੈਂਕਟ ਬੇਲ ਜਾਂ ਕੋਈ ਹੋਰ ਚੀਜ਼ ਮਿਲੀ ਹੈ ਉਹ ਨਹੀਂ ਮਿਲਦੀ। ਪਰ ਚਲੋ ਸਿਆਸਤ ਜਿਹੜੀ ਤੁਸੀਂ ਕਹੀ ਹੈ ਉਹ ਤੇ ਪੰਜਾਬ ਦੀ ਬਹੁਤ ਜ਼ਬਰਦਸਤ ਗਰਮਾ ਗਈ ਹੈ। ਹੁਣ ਆਖਰੀ ਫੈਸਲੇ ਦੀ ਘੜੀ ਹੈ, 1.5-2 ਮਹੀਨੇ ਦਾ ਗੇਮ ਹੈ। ਇਹਦੇ ਵਿੱਚ ਜਿਹੜੀ ਕਾਂਗਰਸ ਦੇ ਵਿੱਚ ਲੜਾਈ ਛਿੜ ਗਈ ਹੈ ਔਰ ਸਿੱਧੂ ਦਾ ਬਾਰ-ਬਾਰ ਇਹ ਗੱਲ ਕਹਿਣਾ ਕਿ ਮੈਂ ਸਿੱਧੂ ਮੁਕੂ ਨਹੀਂ ਤੇ ਇਹ ਹੋ ਜਾਊਗਾ ਜਾਂ ਸਿੱਧੂ ਅਸਤੀਫਾ ਦੇ ਦੂ ਅਗਰ ਇਹ ਨਹੀਂ ਕਰ ਪਾਏਗਾ ਔਰ ਸਿੱਧੂ ਮਰਨ ਵਰਤ ਤੱਕ ਚਲੇ ਜਾਏਗਾ ਅਗਰ ਇਹ ਕੰਮ ਨਹੀਂ ਹੋਇਆ। ਇਹ ਜਿਹੜੇ ਹਾਲਾਤ ਨੇ ਨਾ ਉਹ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਦੀ ਕਿਰਕਰੀ ਹੁੰਦੀ ਹੈ ਜਨਤਾ ਦੇ ਵਿੱਚ ਕਿ ਪਾਰਟੀ ਪ੍ਰਧਾਨ ਕਹਿੰਦਾ ਮੈਂ ਮਰਨ ਵਰਤ ਰੱਖ ਲੂੰਗਾ ਔਰ ਜਿਹੜਾ ਮੁੱਖ ਮੰਤਰੀ ਹੈਗਾ ਉਹ ਉਹਦੀ ਗੱਲ ਕਿਉਂ ਨਹੀਂ ਸੁਣ ਰਿਹਾ। ਉਹਨਾਂ ਲਿਫਾਫਿਆਂ ਨੂੰ ਖੋਲਣ ਦੇ ਵਿੱਚ ਕੀ ਦਿੱਕਤ ਹੈਗੀ ਹੈ, ਕਿਉਂ ਨਹੀਂ ਖੋਲੇ ਜਾ ਰਹੇ ਔਰ ਅਗਰ ਖੋਲੇ ਵੀ ਜਾ ਰਹੇ ਨੇ ਤੇ ਇਸ ਕਨਸਪੀਰੇਸੀ ਦੇ ਤਹਿਤ ਕਿਉਂ ਖੋਲੇ ਜਾ ਰਹੇ ਨੇ?
जबकि यह तो लिफाफे कभी भी खोल सकती है सरकार, पर यह क्यों नहीं खोले जा रहे। और हुण उस एक्शन की मंग ते उस एक्शन की गल क्यों हो रही है, जिहदे करके सुखबीर बादल होरां नूं यह मौका दिता जा रहा है कि वो अपनी प्रेस कॉन्फ्रेंस करके इस कॉन्स्पिरेसी, जो कॉन्स्पिरेसी है या नहीं है सानू नहीं पता, पर वो खुलासा कर रहे हैं कि पंजाब दे विच धरने प्रदर्शन तेज हो जाएंगे, जेलों भरांगे, कोर कमेटी की मीटिंग मिलेगी। यह सारिया धमकियां जरूर हैगियां, पर सरकार भी कसूती फसी हुई है। जब प्रधान मरण वरते जाने वाला होए और उस मुद्दे ते सरकार एक्शन ना ले तो कांग्रेस की किरकिरी अगे चल के होर ज्यादा हो सकती है। देखो कित्थे जाके गल तुरदी है ते कित्थे जाके रुकदी है। बिल्कुल गल तुरी भी आ ते गल किसी ना किसी पासे लगदी भी होंदी जे तुर पे, पर मैनू अजे शक है इस गल दा, क्योंकि तुहानू याद है कि पिछली तरीक दे विच बिक्रम सिंह मजीठिया ने नामी वकीलों के राही हाई कोर्ट दे विच अपने आप नूं धिर बनाउण लई केस दायर कीता, जिहदी अगली तरीक जल्दी है। और मेरा ख्याल आ कि ये एक आधार बन गया पहला ही, जे अगली तरीक तो पहला एक होर पटीशन फाइल करती जाती है कि मैनू जिहड़ा ये किसी भी केस में उलझा सकते हैं, फसा सकते हैं, तो उन्होंने राहत मिलने के पूरे चांस ने, क्योंकि जिमें ना लै लै कांग्रेस के लीडर ने उन्होंने निशाने साधे हुए आ, तो वो पोलिटिकल वंडेटा जिहड़ा शुरुआती तो मेरे ख्याल कोर्टां च सौखिया ही साबित हो जाता। पर एक चीज़ बहुत अहम आ, जिवें तुसीं शुरू च कहा रणबीर खट्टड़ा राही आपां वो शब्द नहीं वरत सकते, क्योंकि वो तो सुखबीर सिंह बादल के मूँह के शब्द आ कि जे नहीं ये शायद सीगे चंदू माजरा गल्लां दी गल कर रहा सीगा। हाँ, चंदू माजरा भोंदड़ ते गरेवाल साहब ने शायद वो कीती सीगी, जां चंदू माजरा दलजीत चीमा ते गरेवाल साहब की प्रैस कॉन्फ्रेंस सीगी। ते उस तो बाद जिहड़ी दूजी गल आ कि असीं किसी नूं मुलजम जां आरोपी बिल्कुल नहीं कहिंदे, वो तो अदालतां ने करना तय और इन्वेस्टिगेशन एजेंसियां ने वो तत्थ जटाउणे हुंदे आ कि कौन किस केस दे विच शामिल है जां नहीं शामिल। पर पंजाबी पॉलिटिक्स ने जिवें दे रंग स्वरूप बदलने शुरू कीते आ, एक चीज़ भास्कर साहब कहनी बनती है भी जे किसी पद्धर के उत्ते किसी व्यक्ति नूं तुसीं सिर्फ इस करके कि असीं उहनूं पोलिटिकली शिकार बना के असीं उहनूं पोलिटिकली शिकार बना के वोटां दा फायदा लै लईए, ये नहीं होना चाहिए। पर जे किसी के खिलाफ पूरे तत्थ आ तां वो बचना भी नहीं चाहिए, तो फिर पार्टियां नूं जिहड़ा वा वो भी निरपक्ष जांचां लई अगे वधना चाहिए। पर खैर सियासत आ, क्योंकि मगरले 2 महीने आ, इस करके हर कोई अपनी छवि बचाउणा चाहुंदा, इमेज बचाउणा चाहुंदा। लड़ाई तो होगी खुल के, जंग तो लगूगी वड्डी, आर पार होऊगा, गल मुक मका ते पहुंचूगी, जां टांडियां वाली रहू जां भांडियां वाली, जिद्दां सिद्धू साहब की भाषा दे विच हुंदा रहना हुण कोई एक अद्धा, उदां गल मुकणी नहीं। गल तां जिद्दां कैप्टन साहब नूं लाता है, उस तो बाद चन्नी साहब नूं कुछ तां दिखाउणा पऊ, रंधावा साहब नूं अपना इमेज साफ सफाफ रखण लई कुछ करना पऊ। हुण तक उन्हां दा इमेज पूरी तरह धूमल हो गया। उन्होंने लोग कहण लग पे कि बड़े फन्ने खा लोग सीगे, कर कुछ नहीं सके, सो उन्होंने करना ही पैना। अज जो मुक्तसर की धरती के उत्ते जिस तरीके नाल रौला रप्पा पै गया, आपे तो बाहर हो गए 2 वजीर। लोग कहिंदे आपे तो बाहर क्यों होंदे हो, ये तुहाडे उत पहिलियां दे बीजे कंडे चुगने तुहानूं पैणे, गुस्सा क्यों करदे हो? जे अंदोलनकारी किसान चंगे आ तां आ अंदोलनकारी माड़े क्यों? सो इक्को तरह के मापदंड रखो। भास्कर साहब सुखबीर बादल लई ये बड़ा टफ फेज है। मैं ये एक सिर्फ चीज़ शामिल करके गल अगली वधा देनी आ कि कोई दौर होया करदा सी, कौम लई मोर्चे लगदे सी, सूबे लई मोर्चे लगदे सी, धर्म लई मोर्चे लगदे सी, और खुद मुख्तारी लई मोर्चे लगदे सी। आनंदपुर साहब दे मते दीयां गल्लां हुंदियां सी, जेलां भरीआं जांदियां सी, वड्डे काज हुंदे सी। हुण पार्टी नूं किस पੱਧਰ तक जाके अपनी ये रणनीति बनाउणी पै रही है कि हुण किन्ना किन्ना केसां दे विच जेलां भरन दे ऐलान हो रहे आ। गल्लां तां वाकई वड्डियां ने। कदे जदों प्रकाश सिंह बादल बैठते सी प्रैस कॉन्फ्रेंस में, आले दुआले 5 7 10 कदावर लोग बैठते हुंदे सी। किसी वेले लीडरशिप की लंबी कतार सी, इंज लगदा हुंदा सी ये वड्ड आकारी चेहरे ने, ये भरमे लोग ने जिन्हां ने जिंदगियां लाइयां। हुण जदों बादल साहब हुण वाले जां बाकी प्रैस कॉन्फ्रेंसां हुंदियां तां वो भी चीज़ां अहम हुंदियां ने कि आले दुआले तुहाडे कौन लोग बैठे हुंदे आ। मन्निया अज श्रोमणी कमेटी के प्रधान उन्हां दा भी रुतबा बड़ा उच्चा नाल बैठे सी, पर बहुत वारी जदों आम दिनां च हुंदियां तां आले दुआले च तुहानूं बिठाउण लई भी बंदे लभणे पैंदे, दिखाउण लई भी चेहरे दिखाउणे पैंदे आ। मैं अगले पासे नूं तुरां, सिद्धू ते जाखड़ की लड़ाई भी तगड़ी छिड़ गई ते 2 MLA सीधे सिद्धू नूं जा पए, इहदे ते की टिप्पणी दिंदे हो? बिल्कुल बिल्कुल, जिस तरीके नाल अज लड़ाई हुई उत्थे,
ਔਰ ਉਸ ਤੋਂ ਪਹਿਲੇ ਤੁਸੀਂ ਜਦ ਪਹਿਲੇ ਭੂਮਿਕਾ ਬੰਨੀ ਸੀਗੀ ਤਦ ਵੀ ਤੁਸੀਂ ਦੱਸਿਆ ਸੀਗਾ ਵੀ ਜਾਖੜ ਸਾਹਿਬ ਦੇ ਨਾਲ ਜਿਸ ਤਰੀਕੇ ਨਾਲ ਸਿੱਧੂ ਉਹਨਾਂ ਦੀ ਅੱਜ ਬਹਿਸਬਾਜ਼ੀ ਤੇ ਨਹੀਂ ਹੋਈ, ਲੇਕਿਨ ਜਾਖੜ ਸਾਹਿਬ ਦੇ ਬਾਰੇ ਚ ਸਿੱਧੂ ਉਹਨਾਂ ਦਾ ਇਹ ਕਮੈਂਟ ਕਿ ਜਦ 4.5 ਸਾਲ ਤੱਕ ਪ੍ਰਧਾਨ ਰਹੇ ਤੇ ਇਹਨਾਂ ਨੇ ਕੀਤਾ ਕੀ, ਕਿਸ ਮੁੱਦੇ ਦੇ ਉੱਤੇ ਕੀ ਗੱਲ ਚੱਕੀ। ਪਰ ਤੁਹਾਨੂੰ ਉਹ ਕੈਬਨਿਟ ਦੀ ਮੀਟਿੰਗ ਯਾਦ ਹੋਏਗੀ ਜਿਹਦੇ ਵਿੱਚ ਜਾਖੜ ਸਾਹਿਬ ਨੇ ਵੀ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਔਰ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਅਸਤੀਫਾ ਫੜਾ ਤੱਕ ਦਿੱਤਾ ਸੀਗਾ। ਪਰ ਚਲੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ 4.5 ਸਾਲ ਤੱਕ ਜਦ ਜਾਖੜ ਸਾਹਿਬ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਪਾਰਟੀ ਦਾ ਢਾਂਚਾ ਬਣਾਉਣ ਦੀ ਵੀ ਇਜਾਜ਼ਤ ਨਹੀਂ ਮਿਲੀ ਸੀਗੀ। ਉਹ 4.5 ਸਾਲ ਤੱਕ ਲਿਸਟਾਂ ਜੇਬ ਵਿੱਚ ਲੈ ਕੇ ਫਿਰਦੇ ਰਹੇ। ਉਹਨਾਂ ਲਿਸਟਾਂ ਨੂੰ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਵੀ ਤਰੀਕੇ ਨਾਲ ਪਾਰਟੀ ਦਾ ਢਾਂਚਾ ਨਹੀਂ ਬਣ ਪਾਇਆ। ਪਰ ਅੱਜ ਜਦ ਸਿੱਧੂ ਉਹਨਾਂ ਜਾਖੜ ਉਹਨਾਂ ਦੇ ਉੱਤੇ ਹਮਲਾ ਕਰਦੇ ਨੇ ਔਰ ਉਹ ਇਹ ਗੱਲ ਕਹਿੰਦੇ ਨੇ ਕਿ ਉਹ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਪ੍ਰਧਾਨ ਨੂੰ ਬੋਲਣਾ ਚਾਹੀਦਾ ਸੀਗਾ ਔਰ ਪ੍ਰਧਾਨ 4.5 ਸਾਲ ਤੱਕ ਚੁੱਪ ਰਹੇ, ਉਹਦੇ ਵਾਸਤੇ ਕੌਣ ਕਸੂਰਵਾਰ ਹੈ। ਤੁਹਾਨੂੰ ਯਾਦ ਹੋਏਗਾ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਕਵਾਇਦ ਸ਼ੁਰੂ ਹੋਈ ਸੀ ਤੇ ਸਭ ਤੋਂ ਪਹਿਲੇ ਜਦ ਉਹਨਾਂ ਨੇ ਪੋਲੀਟੀਕਲ ਜਾਗੋ ਸ਼ੁਰੂ ਕੀਤੀ ਸੀ ਉਹ ਜਾਖੜ ਸਾਹਿਬ ਦੇ ਘਰ ਗਏ ਸੀਗੇ। ਉਹ ਜਫੀਆਂ, ਉਹ ਜੋੜੀ ਜਿਹਦਾ ਜ਼ਿਕਰ ਸਿੱਧੂ ਉਹਨਾਂ ਨੇ ਵੀ ਕੀਤਾ ਸੀਗਾ ਔਰ ਜਾਖੜ ਉਹਨਾਂ ਨੇ ਵੀ ਕੀਤਾ ਸੀਗਾ ਕਿ ਅਸੀਂ ਦੋਨਾਂ ਦੀ ਜੋੜੀ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਪਰ ਜਦ ਪ੍ਰਧਾਨਗੀ ਦਾ ਸਮਾਰੋਹ ਹੋਇਆ ਤੇ ਉਹਦੇ ਵਿੱਚ ਵੀ ਜਾਖੜ ਸਾਹਿਬ ਦਾ ਦਰਦ ਨਿਕਲ ਕੇ ਬਾਹਰ ਆਇਆ ਸੀਗਾ ਜਦ ਉਹਨਾਂ ਨੇ ਆਪਣੇ ਆਪ ਨੂੰ ਇਗਨੋਰ ਕਰਨ ਦੀ ਗੱਲ, ਖਾਸ ਕਰਕੇ ਇਹ ਜਿਹੜੀ ਨਵੀਂ ਲੀਡਰਸ਼ਿਪ ਹੋਈ ਸੀਗੀ ਸਿੱਧੂ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ, ਔਰ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਸਾਰਿਆਂ ਦੇ ਘਰ ਜਾਂਦੇ ਫਿਰ ਰਹੇ ਹੋ, ਤੁਸੀਂ ਮੈਨੂੰ ਨਹੀਂ ਪੁੱਛਿਆ, ਚਾਬੀਆਂ ਤੇ ਮੈਨੇ ਮੇਰੇ ਤੋਂ ਲੈਣੀ ਸੀਗੀ ਇਸ ਦਫ਼ਤਰ ਦੀ। ਉਹ ਦਰਦ ਨਜ਼ਰ ਆਇਆ ਸੀ। ਪਰ ਜਦ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀਗੀ ਕਿਹਾ ਜਾਂਦਾ ਹੈ ਕਿ ਸਿੱਧੂ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿਹਾ ਜਾਂਦਾ ਹੈ ਕਿਉਂਕਿ ਸਾਨੂੰ ਵੀ ਅੰਦਰ ਦੀ ਗੱਲਾਂ ਅੰਦਰ ਦੇ ਲੋਕਾਂ ਤੋਂ ਪਤਾ ਲੱਗਦੀ ਹੈ। ਪਰ ਵਿਰੋਧ ਕਿੰਨਾ ਕੁ ਹੋਇਆ ਸੀਗਾ, ਉਹ ਵਿਰੋਧ ਅੱਜ ਜਦ ਸਿੱਧੂ ਉਹਨਾਂ ਨੇ ਜਾਖੜ ਸਾਹਿਬ ਦੇ ਖਿਲਾਫ ਇੱਕ ਸਟੇਟਮੈਂਟ ਦਿੱਤੀ, ਹਾਲਾਂਕਿ ਸਿੱਧੂ ਉਹਨਾਂ ਦੇ ਖਿਲਾਫ ਜਾਖੜ ਸਾਹਿਬ ਕਈ ਵਾਰ ਸਟੇਟਮੈਂਟ ਦੇ ਚੁੱਕੇ ਨੇ ਔਰ ਇੱਥੇ ਤੱਕ ਕਿ ਜਦ ਸਿੱਧੂ ਉਹਨਾਂ ਨੇ ਚੰਨੀ ਉਹਨਾਂ ਦੇ ਕਾਰਜਸ਼ਾਲੀ ਦੇ ਉੱਤੇ ਸਵਾਲੀਆ ਨਿਸ਼ਾਨ ਲਾਏ ਸੀ, ਖਾਸ ਕਰਕੇ ਏਜੀ ਔਰ ਡੀਜੀਪੀ ਦੀ ਅਪਾਇੰਟਮੈਂਟ ਦੇ ਉੱਤੇ, ਤੇ ਜਾਖੜ ਸਾਹਿਬ ਨੇ ਇੱਕ ਟਵੀਟ ਛੱਡਿਆ ਸੀਗਾ ਕਿ ਇਹ ਮੁੱਖ ਮੰਤਰੀ ਦੇ ਅਧਿਕਾਰਾਂ ਦੇ ਵਿੱਚ ਇੰਟਰਵੈਂਸ਼ਨ ਹੈਗੀ ਹੈ ਔਰ ਮੁੱਖ ਮੰਤਰੀ ਦੀ ਪੋਸਟ ਦੀ ਡਿਗਨਿਟੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਲੜਾਈ ਅੰਦਰ ਖਾਤੇ ਚੱਲ ਰਹੀ ਸੀ ਅੱਜ ਸਿਆਸੀ ਸਟੇਜਾਂ ਦੇ ਬਾਹਰ ਆ ਗਈ ਔਰ ਇਹ ਲੜਾਈ ਅੱਗੇ ਕਿੰਨੀ ਕੁ ਚੱਲਦੀ ਹੈ। ਕਿਆ ਇਹ ਵੀ ਜਾਂਦਾ ਹੈ ਕਿ ਜਾਖੜ ਸਾਹਿਬ ਜਿਸ ਤਰੀਕੇ ਨਾਲ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੇ ਨਾਲ ਚੰਡੀਗੜ੍ਹ ਤੋਂ ਸਪੈਸ਼ਲ ਤੌਰ ਤੇ ਦਿੱਲੀ ਗਏ ਸੀ ਔਰ ਉਸ ਤੋਂ ਬਾਅਦ ਇਹ ਵੀ ਖਬਰਾਂ ਛਪੀ ਸੀ ਕਿ ਉਹਨਾਂ ਨੂੰ ਕੋਈ ਵੱਡਾ ਅਹੁਦਾ ਉਹ ਕਾਂਗਰਸ ਦੇ ਸਕਦੀ ਹੈ, ਪਰ ਉਹ ਗੱਲਾਂ ਸਾਰੀਆਂ ਦਬ ਗਈਆਂ ਕਿਉਂਕਿ ਮੁੱਖ ਮੰਤਰੀ ਜਾਖੜ ਸਾਹਿਬ ਨਹੀਂ ਬਣ ਪਾਏ। ਉਹਦੀ ਟੀਸ ਉਹਨਾਂ ਦੇ ਦਿਲ ਦੇ ਵਿੱਚ ਅੱਜ ਵੀ ਹੈਗੀ ਹੈ ਔਰ ਉਹ ਟੀਸ ਇਸ ਕਰਕੇ ਵੀ ਵਾਰ-ਵਾਰ ਬਾਹਰ ਆਉਂਦੀ ਹੈ ਕਿ ਉਹਦੇ ਪਿੱਛੇ ਉਹ ਰਿਸਪੌਂਸਿਬਲ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਠਹਿਰਾਉਂਦੇ ਨੇ ਔਰ ਸਿੱਧੂ ਉਹਨਾਂ ਦੀ ਔਰ ਜਾਖੜ ਸਾਹਿਬ ਦੀ ਅੱਜ ਡਾਇਰੈਕਟ ਜਿਹੜੀ ਤੂੰ ਮੈਂ ਕਹੀਏ, ਬਿਆਨਬਾਜ਼ੀ ਕਹੀਏ, ਇਹ ਕਾਂਗਰਸ ਦੇ ਵਾਸਤੇ ਇੱਕ ਹੋਰ ਵੱਡਾ ਖਤਰਾ ਬਣ ਸਕਦੀ ਹੈ ਕਿਉਂਕਿ ਕਾਂਗਰਸ ਦੀ ਜਿੱਤਣ ਦੀ ਉਮੀਦ ਭਾਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਐਲਾਨ ਤੋਂ ਪਹਿਲੇ ਦੀ ਗੱਲ ਕਰੀਏ ਜਾਂ ਉਸ ਤੋਂ ਐਲਾਨ ਤੋਂ ਬਾਅਦ ਵੀ ਕਹੀਏ, ਕਦੀ ਏਦਾਂ ਲੱਗਦਾ ਹੈ ਕਿ ਕਾਂਗਰਸ ਦੀ ਐਜ ਹੈਗੀ ਹੈ। ਪਰ ਜਦ ਏਦਾਂ ਦੀ ਹਰਕਤਾਂ ਰਾਜਨੀਤਿਕ ਸਟੇਜਾਂ ਤੋਂ ਹੁੰਦੀਆਂ ਤੇ ਉਹ ਕਾਂਗਰਸ ਦੀ ਜਿੱਤ ਬੜੀ ਦੂਰ ਨਜ਼ਰ ਆਉਂਦੀ ਹੈ। ਭਾਵੇਂ ਇਹ ਤੇ ਨਹੀਂ ਸਮਝ ਆਉਂਦਾ ਕਿਹੜੀ ਪਾਰਟੀ ਸਰਕਾਰ ਬਣਾਏਗੀ, ਪਰ ਕਾਂਗਰਸ ਵੀ ਸਰਕਾਰ ਬਣਾਉਣ ਦੇ ਨੰਬਰ ਗੇਮ ਤੋਂ ਕਾਫੀ ਪਿੱਛੇ ਰਹਿ ਜਾਏਗੀ। ਇਹ ਵੀ ਗੱਲਾਂ ਲੋਕ ਕਰਦੇ ਨੇ ਔਰ ਸਾਨੂੰ ਇਹਦੀ ਖਬਰ, ਇਹਦੀ ਫੀਡਬੈਕ ਮਿਲਦੀ ਹੈ ਕਿ ਲੋਕ ਕਨਫਿਊਜ਼ ਨੇ, ਵੋਟ ਕਿਹਨੂੰ ਦਈਏ, ਕਿਹੜੀ ਪਾਰਟੀ ਸਾਨੂੰ ਸਟੇਬਲ ਸਰਕਾਰ ਦੇ ਸਕਦੀ ਹੈ। ਔਰ ਕਾਂਗਰਸ ਦੀ ਇਸ ਲੜਾਈ ਤੋਂ ਉਹਨਾਂ ਨੂੰ ਕੋਈ ਉਮੀਦ ਨਹੀਂ ਕਿ ਕਾਂਗਰਸ ਵੀ ਕੋਈ ਸਟੇਬਲ ਸਰਕਾਰ ਦੇ ਸਕਦੀ ਹੈ। ਭਾਸਕਰ ਸਾਹਿਬ, ਪੰਜਾਬੀ ਦਾ ਇੱਕ ਗੀਤ ਸੀ ਕਿ ਟੁੱਟ ਜਾਵੇਂ ਰੇਲ ਗੱਡੀਏ ਸਾਡੇ ਸੱਜਣ ਕਿੱਥੇ ਛੱਡ ਆਈ। ਉਹ ਮੈਨੂੰ ਲੱਗਦਾ ਹੁਣ ਕਹਿੰਦੇ ਹੋਣੇ ਵੀ ਮਰ ਜਾ ਤੂੰ ਟਵਿੱਟਰਾ ਹੈ, ਸਾਡੀਆਂ ਯਾਰੀਆਂ ਅਧਵਾਟੇ ਰਹਿ ਗਈਆਂ। ਹੁਣ ਸਵਾਲ ਤਾਂ ਇਹ ਹੈ ਕਿ ਜਾਖੜ ਤੇ ਸਿੱਧੂ ਟਵੀਟੀ ਹੋਣ ਦੇ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਆ, ਪਰ ਦੋ ਐਮਐਲਏ, ਇੱਕ ਗੁਰਦਾਸਪੁਰੀਆ ਪੜਾ ਨੌਜਵਾਨ ਜਿਹਾ ਮੁੰਡਾ ਹੈ ਤੇ ਦੂਜੇ ਬੰਨੇ ਕੁਲਬੀਰ ਜੀਰਾ ਐ ਛੁਰਲੀ ਵਰਗਾ, ਦੋਨਾਂ ਨੇ ਸਿੱਧੂ ਨੂੰ ਕਿਹਾ ਭਾਈ ਮੁੱਦੇ ਠੀਕ ਹੈ ਤੁਹਾਡੇ, ਡਿਸਿਪਲਿਨ ਚ ਰਹਿਣਾ ਬਣਦਾ ਹੈ, ਪ੍ਰਧਾਨ ਜੀ ਚੰਗੇ ਹੋ ਤੁਸੀਂ ਪਰ ਪਾਰਟੀ ਪਲੇਟਫਾਰਮ ਤੇ ਆ ਜਾਓ। ਇਹ ਦੋਨੇ ਆਪ ਨਹੀਂ ਬੋਲ ਸਕਦੇ, ਤੂੰ ਨਹੀਂ ਬੋਲਦੀ
ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਕੀ ਕਹਿੰਦੇ ਹੋ? ਹੈ ਬਿਲਕੁਲ ਠੀਕ ਕਹਿ ਰਹੇ ਹੋ। ਔਰ ਤੁਸੀਂ ਇਹ ਦੇਖੋ ਕਿ ਅਪਾੜਾ ਸਾਹਿਬ ਹੋਣ ਜਾਂ ਕੁਲਬੀਰ ਜੀਰਾ ਹੋਣ, ਜਦ ਸਿੱਧੂ ਉਹਨਾਂ ਦੀ ਜਿਸ ਜਾਗੋ ਦੀ ਅਸੀਂ ਹੁਣੇ ਗੱਲ ਕਰਕੇ ਹਟੇ ਆ, ਉਸ ਜਾਗੋ ਦੇ ਵਿੱਚ ਇੱਕ ਤਰੀਕੇ ਨਾਲ ਆਹੀ ਦੋਨੋਂ ਸਰਵਾਲੇ ਬਣ ਕੇ ਘੁੰਮਦੇ ਸੀਗੇ, ਜਿੱਦਾਂ ਦੁੱਲੇ ਦੇ ਸਰਵਾਲੇ ਨਹੀਂ ਹੁੰਦੇ। ਪਰ ਹੁਣ ਉਹ ਫਿਰ ਰੰਧਾਵਾ ਉਹਨਾਂ ਦੇ ਇੰਨੇ ਕਰੀਬ ਹੋ ਗਏ, ਜਦ ਖਬਰ ਹੈ ਫੈਲੀ ਕਿ ਮੁੱਖ ਮੰਤਰੀ ਰੰਧਾਵਾ ਜੀ ਬਣਨਗੇ, ਫਿਰ ਉਸ ਤੋਂ ਬਾਅਦ ਜਦ ਚੰਨੀ ਉਹਨਾਂ ਵਾਕਈ ਮੁੱਖ ਮੰਤਰੀ ਬਣਾ ਦਿੱਤੇ ਗਏ ਤੇ ਉਹ ਚੰਨੀਵਾਲ ਉਹਨਾਂ ਵੀ ਹੋ ਗਏ। ਪਰ ਹੁਣ ਅੱਜ ਜਿਹੜੀ ਗੱਲਾਂ ਇਹਨਾਂ ਦੋਨੋਂ ਐਮਐਲਏਆਂ ਨੇ ਕੀਤੀ ਹੈ, ਉਹ ਆਪਣੇ ਆਪ ਵਿੱਚ ਚੰਨੀ ਉਹਨਾਂ ਦੀ ਸਾਈਡ ਲੈਂਦੇ ਹੋਏ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਕਿ ਜਿਸ ਤਰੀਕੇ ਨਾਲ ਸਿੱਧੂ ਪਾਰਟੀ ਪਲੇਟਫਾਰਮ ਤੋਂ ਗੱਲਾਂ ਨਾ ਚੱਕ ਕੇ ਪਬਲਿਕਲੀ ਇਹਨਾਂ ਗੱਲਾਂ ਦੀ ਗੱਲ ਕਰ ਰਹੇ ਨੇ, ਉਹਦੇ ਤੋਂ ਪਾਰਟੀ ਨੂੰ ਨੁਕਸਾਨ ਤੇ ਹੋਣਾ ਹੀ ਹੈ। ਪਰ ਨਾਲ ਦੇ ਨਾਲ ਇਸ ਟਾਈਮ ਮੌਕਾ ਸੰਭਾਲਣ ਵਾਸਤੇ ਉਹਨਾਂ ਨੂੰ ਸਟਰੋਂਗ ਕਰਨਾ ਉਹਨਾਂ ਦੇ ਫਾਇਦੇ ਵਾਸਤੇ ਹੋ ਸਕਦਾ ਹੈ, ਕਿਉਂਕਿ ਜਿੱਦਾਂ ਪਹਿਲੇ ਰਾਮ ਵਿਲਾਸ ਪਾਸਵਾਨ ਦੀ ਗੱਲ ਵੀ ਕਹਿੰਦੇ ਸੀ ਨਾ ਕਿ ਰਾਜਨੀਤਿਕ ਮੌਸਮ ਨੂੰ ਬੜੀ ਛੇਤੀ ਸਮਝ ਜਾਂਦੇ ਨੇ। ਔਰ ਏਦਾਂ ਹੀ ਜੀਰਾ ਸਾਹਿਬ ਦੇ ਬਾਰੇ 'ਚ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਉਣ ਵਾਲੇ ਟਾਈਮ ਵਿੱਚ ਕਿਹਦੀ ਚੱਲੇਗੀ, ਕੌਣ ਉੱਤੇ ਕੌਣ ਥੱਲੇ, ਉਹ ਏਦਾਂ ਦੇ ਪੋਲੀਟੀਕਲ ਰੈਫਰੀ ਹੈਗੇ ਹੈ ਕਿ ਉਹ ਆਖਰੀ ਸੀਟੀ ਵੱਜਣ ਤੋਂ ਪਹਿਲੇ ਆਪਣੇ ਪੈਸੇ ਇੱਧਰ ਉੱਧਰ ਲਾਣੇ ਕਹੀਏ, ਜਾਂ ਇੱਕ ਰੇਸ ਘੋੜੇ ਦੇ ਉੱਤੇ ਪੈਸੇ ਲਾਉਂਦੇ ਜਿਹੜੇ, ਉਹਨਾਂ ਨੂੰ ਪਤਾ ਹੁੰਦਾ ਜਿੱਤੂ ਘੋੜਾ ਕਿਹੜਾ ਹੈ। ਲੱਗਦਾ ਹੈ ਹੁਣ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਗਿਆ ਵੀ ਆਖਿਰਕਾਰ ਜਿੱਤੂ ਘੋੜਾ ਕੌਣ ਹੋਏਗਾ, ਤੇ ਹੁਣ ਉਸ ਤਰਫ ਦੀ ਗੱਲ ਉਹਨਾਂ ਨੇ ਕਰਨੀ ਸ਼ੁਰੂ ਕਰਤੀ। ਭਾਸਕਰ ਸਾਹਿਬ, ਸਿੱਧੂ ਲਈ ਔਖੇ ਦਿਨ, ਇਹਦਾ ਮਤਲਬ ਜਦੋਂ ਕੈਪਟਨ ਦੇ ਖਿਲਾਫ ਗੱਲ ਸ਼ੁਰੂ ਹੋਈ ਸੀ ਤੇ ਕਈ ਪੱਧਰਾਂ ਤੇ ਹੋਈ ਸੀ, ਇਹਦਾ ਮਤਲਬ ਹੈ ਕਿ ਧੁੱਖ ਦੀ ਭਾਂਬੜ ਕਿਸੇ ਵੇਲੇ ਵੀ ਬਣ ਸਕਦੀ ਆ। ਅਜੇ ਤਾਂ ਪਾਣੀ ਮਾਪਣ ਦੀ ਕੋਸ਼ਿਸ਼ ਹੋਈ ਆ, ਛੋਟਾ ਜਿਹਾ ਜਿਹਨੂੰ ਕਹਿੰਦੇ ਹੁੰਦੇ ਆ ਇੱਕ ਗੀਟਾ ਸੁੱਟਿਆ, ਇੱਕ ਬਜਰੀ ਛੋਟੀ ਜਿਹੀ ਸੁੱਟ ਕੇ ਦੇਖੀ ਆ ਕਿ ਪਾਣੀ ਕਿੰਨਾ ਕੁ ਡੂੰਘਾ, ਕਿੰਨਾ ਕੁ ਖੜਾਕ ਆਉਂਦਾ। ਵੇਖੋ ਅਗਲੇ ਦਿਨਾਂ 'ਚ ਕਿਸ ਧਾਰਾ 'ਚ ਬਹਿੰਦੀ ਆ ਇਹ ਸਾਰੀ ਲੜਾਈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਚੌਧਰੀ ਨੂੰ ਬਣਾ ਲਿਆ, ਕਹਿੰਦੇ ਹੁੰਦੇ ਆ ਵੀ ਇਹ ਧੌਣੋਂ ਫੜ ਲਿਆ ਸਿੱਧਾ। ਹਰੀਸ਼ ਚੌਧਰੀ ਪਹਿਲੀ ਵਾਰੀ ਇੱਕ ਐਸੇ ਇੰਚਾਰਜ ਨੇ ਜਿਹੜੇ ਪੱਕਾ ਹੀ ਵਾਕਿਆ ਡੇਰਾ ਲਾ ਕੇ ਬੈਠਿਆ। ਕੈਪਟਨ ਅਮਰਿੰਦਰ ਸਿੰਘ ਦੀ ਇਹ ਸਾਰੀ ਟਿੱਪਣੀ ਨੂੰ ਕਿਵੇਂ ਲਾਓਗੇ, ਜਿਹਦੇ ਵਿੱਚ ਉਹਨਾਂ ਕਿਹਾ ਕਿ ਇੱਕ ਸਸਪੈਂਡਡ ਸਿਆਸਤਦਾਨ ਜਿਹਨੂੰ ਉਹਦੀ ਆਪਣੀ ਵਜ਼ਾਰਤ ਚੋਂ ਕੱਢਿਆ ਹੋਇਆ, ਕਈ ਦੋਸ਼ ਉਹ ਕਹਿੰਦੇ ਚਲੋ ਆਪਾਂ ਨੂੰ ਦੋਸ਼ਾਂ ਨੂੰ ਛੱਡ ਦਿੰਦੇ, ਪਤਾ ਨਹੀਂ ਸਿਆਸਤਦਾਨਾਂ ਦੇ ਲਾਏ ਦੋਸ਼ਾਂ 'ਚ ਕਿੰਨਾ ਕੁ ਦਮ ਹੁੰਦਾ ਹੈ। ਲੇਕਿਨ ਜਿਹੜੀਆਂ ਗੱਲਾਂ ਉਹ ਕਹਿੰਦੇ ਕਿ ਬੰਗਲਾ ਮੱਲਿਆ, ਸੰਵਿਧਾਨਕ ਤਾਕਤਾਂ ਕਿਹੜੇ ਹੱਕ ਨਾਲ ਵਰਤ ਰਹੇ ਆ, ਉਹ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਡਿਕਟੇਟ ਕਰ ਰਹੇ ਆ, ਉਹਨਾਂ ਦਾ ਖਰਚਾ ਕੌਣ ਬਰਦਾਸ਼ਤ ਕਰਦਾ, ਇਹ ਗੱਲਾਂ ਸੱਚਮੁੱਚ ਸਿਆਸੀ ਘੇਰਿਆਂ 'ਚ ਚਰਚਾ ਦਾ ਵਿਸ਼ਾ ਤਾਂ ਬਣਦੀਆਂ ਹੁੰਦੀਆਂ। ਦੇਖੋ ਗੱਲ ਤੇ ਉਹਨਾਂ ਨੇ ਚਲੋ ਸਹੀ ਕਹੀ ਹੈ, ਕਿਉਂਕਿ ਕਦੀ ਵੀ ਕੋਈ ਜਿਹੜੀ ਕਿਸੇ ਵੀ ਸੂਬੇ ਦਾ ਪ੍ਰਭਾਰੀ ਹੁੰਦਾ ਹੈ, ਉਹ ਸੂਬੇ ਦੇ ਵਿੱਚ ਆ ਕੇ ਜੰਮ ਤੇ ਨਹੀਂ ਜਾਂਦਾ। ਪਰ ਹਾਂ, ਹਰੀਸ਼ ਚੌਧਰੀ ਉਹਨਾਂ ਤਕਰੀਬਨ 2 ਮਹੀਨੇ ਤੋਂ, ਜਦ ਤੋਂ ਉਹਨਾਂ ਨੂੰ ਚੰਨੀ ਤੇ ਸਿੱਧੂ ਉਹਨਾਂ ਦੇ ਵਿੱਚ ਸਮਝੌਤੇ ਐਕਸਪ੍ਰੈਸ ਬਣਾ ਕੇ ਵਿੱਚ ਬਿਠਾਇਆ ਗਿਆ ਸੀ, ਤਦ ਤੇ ਉਹ ਇੱਥੇ ਹੀ ਨੇ। ਹੁਣ ਤੇ ਖੈਰ ਇਲੈਕਸ਼ਨ ਦਾ ਮੌਸਮ ਆ ਗਿਆ, ਪੰਜਾਬ ਦੇ ਵਿੱਚ ਟਿਕਟਾਂ ਵੰਡੀ ਜਾਣੀ ਹੈ, ਟਿਕਟਾਂ ਵੰਡ ਦੇ ਵਿੱਚ ਪ੍ਰਭਾਰੀ ਦਾ ਕਾਫੀ ਰੋਲ ਹੋਏਗਾ। ਔਰ ਇਹ ਹਰੀਸ਼ ਚੌਧਰੀ ਉਹ ਪ੍ਰਭਾਰੀ ਨੇ ਜਿਹੜੇ 2017 ਦੇ ਵਿੱਚ ਵੀ ਔਰ ਉਸ ਤੋਂ ਪਹਿਲੇ ਵੀ ਇਹਨਾਂ ਦਾ ਟਿਕਟਾਂ ਵੰਡ ਦੇ ਵਿੱਚ ਕਾਫੀ ਰੋਬ ਸੀਗਾ, ਕਾਫੀ ਇਹਨਾਂ ਦੀ ਸੇਹ ਸੀਗੀ। ਔਰ ਪੰਜਾਬ ਦੇ ਵਿੱਚ ਜਿਹਦੇ ਕੋਲ ਟਿਕਟਾਂ ਦੇਣ ਦੀ ਸੇਹ ਹੁੰਦੀ ਹੈ, ਕੁਛ ਪਾਵਰ ਹੁੰਦੀ ਹੈ, ਤੇ ਉਹਦੇ ਪਿੱਛੇ ਅੱਗੇ ਬਹੁਤ ਸਾਰੇ ਕਾਂਗਰਸੀ ਜਿਹੜੇ ਟਿਕਟ ਦੇ ਚਾਹਵਾਨ ਹੁੰਦੇ ਨੇ, ਉਹ ਸੇਵਾ ਦੇ ਮੂਡ 'ਚ ਆ ਜਾਂਦੇ ਨੇ। ਔਰ ਸੇਵਾ ਬਹੁਤ ਕਰਦੇ ਨੇ ਪੰਜਾਬੀ, ਉਹ ਵੀ ਉਹਦੀ ਜਿਹਨੇ ਪਾਰਟੀ ਦੀ ਟਿਕਟ ਦੇਣੀ ਹੈ। ਤੇ ਹੁਣ ਉਹ ਸੇਵਾ ਕਰਾਉਣ ਦਾ ਕਈ ਵਾਰ ਸ਼ੌਂਕ ਪੈ ਜਾਂਦਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਤੇ ਠੀਕ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਬੜੇ ਵਧੀਆ ਸੇਵਾਦਾਰ ਰਹਿ ਚੁੱਕੇ ਨੇ, ਭਾਵੇਂ ਉਹ ਮੁੱਖ ਮੰਤਰੀ ਹੁੰਦੇ ਸੀਗੇ, ਪਰ ਪ੍ਰਭਾਰੀਆਂ ਦੀ ਜਿਸ ਤਰੀਕੇ ਨਾਲ ਉਹ ਸੇਵਾ ਕਰਦੇ ਸੀਗੇ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹਨਾਂ ਪ੍ਰਭਾਰੀਆਂ ਦੀ ਸੇਵਾ ਜਿੰਨੀ ਕੀਤੀ ਜਾਏ ਘੱਟ ਹੈ। ਪਰ ਉਹ ਸੇਵਾ ਜਦ ਕੋਈ ਦੂਜਾ ਕਰਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਕੰਮ ਤੇ ਮੇਰਾ ਸੀਗਾ, ਔਰ ਮੈਂ ਇਹਨਾਂ ਪ੍ਰਭਾਰੀਆਂ ਨੂੰ ਜੇਬ ਵਿੱਚ ਰੱਖਦਾ ਸੀਗਾ, ਕਿਉਂਕਿ ਮੇਰੀ ਸੇਵਾ 'ਚ ਦਮ ਹੀ ਬੜਾ ਹੁੰਦਾ ਸੀਗਾ। ਪਰ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਸੇਵਾ ਕੋਈ ਹੋਰ ਕਰ ਰਿਹਾ ਹੈ ਤੇ ਮੇਵਾ ਵੀ ਕੋਈ ਹੋਰ ਹੀ ਲਏਗਾ, ਨੁਕਸਾਨ ਮੈਨੂੰ ਹੋਏਗਾ। ਤੇ ਇਸ ਕਰਕੇ ਇਹ ਇਲਜ਼ਾਮ ਲੱਗੇ ਨੇ। ਇਲਜ਼ਾਮ ਦੇ ਵਿੱਚ ਕੁਝ ਗੱਲਾਂ ਸੱਚੀਆਂ ਵੀ ਹੋ ਸਕਦੀਆਂ। ਬਾਕੀ ਉਹਨਾਂ ਨੂੰ ਰੈਵਨਿਊ ਮਿਨਿਸਟਰ ਰਾਜਸਥਾਨ ਦੇ ਵਿੱਚੋਂ ਹੁਣੇ ਅਸਤੀਫਾ ਦੇਣਾ ਪਿਆ। ਉਸ ਅਸਤੀਫੇ ਦੇ ਵਿੱਚ ਕਤਲ ਕੇਸ ਦਾ ਕੀ ਮਹੱਤਵ ਸੀਗਾ, ਇਹਦੀ ਇਨਵੈਸਟੀਗੇਸ਼ਨ ਤੇ ਸਾਨੂੰ ਹਜੇ ਕਰਨੀ ਪਏਗੀ। ਪਰ ਕੈਪਟਨ ਸਾਹਿਬ ਇਹ ਕਹਿ ਰਹੇ ਨੇ ਤੇ ਉਹਨਾਂ ਦੇ ਕੋਲ ਕੋਈ ਪੁਖਤਾ ਸਬੂਤ ਹੋਣੇ ਹੈ, ਜਿਹਦੇ ਕਰਕੇ ਇੰਨੇ ਵੱਡੇ ਇਲਜ਼ਾਮ ਉਹ ਕਾਂਗਰਸ ਦੇ ਸੂਬਾ ਪ੍ਰਭਾਰੀ ਦੇ ਉੱਤੇ ਲਾ ਰਹੇ ਨੇ।
ਪਰ ਇਸ ਇਨਵੈਸਟੀਗੇਸ਼ਨ ਤੋਂ ਕਿਤੇ ਬਗੈਰ ਅਸੀਂ ਕਿਸੇ ਕੰਕਲੂਜਨ ਤੇ ਨਹੀਂ ਪਹੁੰਚ ਸਕਦੇ। ਪਰ ਫਿਲਹਾਲ ਹੁਣ ਤੇ ਐਲੀਗੇਸ਼ਨ ਲੱਗਣਗੇ। ਕੈਪਟਨ ਸਾਹਿਬ ਬੀਜੇਪੀ ਦੇ ਕਮਲ ਦੇ ਉੱਤੇ ਬਹਿ ਕੇ ਜਾ ਰਹੇ ਨੇ ਔਰ ਆਉਣ ਵਾਲੇ ਟਾਈਮ ਵਿੱਚ ਉਹ ਭਾਜਪਾ ਦੀ ਰੱਥ ਦੇ ਉੱਤੇ ਵੀ ਨਜ਼ਰ ਆ ਸਕਦੇ ਨੇ। ਤੇ ਉਹਨਾਂ ਦੇ ਇਹਨਾਂ ਗੱਲਾਂ ਦਾ ਕਹਿਣਾ ਇੱਕ ਸਿਆਸੀ ਆਰੋਪਾਂ ਤੋਂ ਕੋਈ ਜ਼ਿਆਦਾ ਵੀ ਨਹੀਂ ਤੇ ਕੋਈ ਘੱਟ ਵੀ ਨਹੀਂ। ਏਦਾਂ ਦੇ ਆਰੋਪ ਤੇ ਹੁਣ ਬਹੁਤ ਲੱਗਣਗੇ। ਰੰਧਾਵਾ ਜੀ ਦੇਖੀ ਜਾਓ, ਹੁਣ ਅਗਲੇ 2 ਮਹੀਨੇ ਤੁਹਾਨੂੰ ਏਦਾਂ ਦੀ ਗੱਲਾਂ ਸੁਣਨੀ ਪੈਣੀ ਹੈ ਜੋ ਕਦੀ ਲੱਗਿਆ ਸੀਗਾ ਕਿ ਕੋਈ ਕਿਸੇ ਦੇ ਖਿਲਾਫ ਕਹਿ ਵੀ ਨਹੀਂ ਸਕਦਾ। ਹੁਣ ਜਾਖੜ ਉਹਨਾਂ ਦਾ ਔਰ ਸਿੱਧੂ ਉਹਨਾਂ ਦਾ ਏਦਾਂ ਦਾ ਪ੍ਰੇਮ ਨਜ਼ਰ ਆਉਂਦਾ ਸੀਗਾ, ਕਦੀ ਲੱਗਦਾ ਨਹੀਂ ਸੀ ਕਿ ਇੱਕ ਦੂਜੇ ਦੇ ਖਿਲਾਫ ਹੈ ਤੂੰ ਮੈਂ ਕਰਨਗੇ, ਪਰ ਅੱਜ ਹੋ ਰਿਹਾ। ਚੰਨੀ ਉਹਨਾਂ ਦਾ ਔਰ ਸਿੱਧੂ ਉਹਨਾਂ ਦਾ ਜਦ ਪਹਿਲੇ ਦਿਨ ਦਾ ਦੌਰਾ ਦੇਖੋ, ਚੰਨੀ ਬਾਈ ਚੰਨੀ ਵੀਰ, ਏਦਾਂ ਲੱਗਦਾ ਸੀ ਵੀ ਹੁਣ ਤੇ ਕੰਮ ਹੋ ਗਿਆ ਕਾਂਗਰਸ ਦਾ, ਯੂਨਿਟੀ ਫੁੱਲਮ ਫੁੱਲ। ਪਰ ਦੇਖੋ ਹੁਣ ਉਹ ਯੂਨਿਟੀ ਕਿੱਥੇ ਹੈਗੀ ਹੈ। ਤੇ ਏਦਾਂ ਦੇ ਕਈ ਸੀਨ ਤੁਹਾਨੂੰ ਬਦਲਦੇ ਹੋਏ ਆਉਣ ਵਾਲੇ ਟਾਈਮ ਵਿੱਚ ਨਜ਼ਰ ਆਉਣਗੇ। ਤੁਸੀਂ ਲਓ ਨਜ਼ਾਰਾ, ਤੁਸੀਂ ਸ਼ਾਦੀ ਦੇ ਮੌਸਮ 'ਚੋਂ ਔਰ ਪਰਿਵਾਰਕ ਫੰਕਸ਼ਨ 'ਚੋਂ, ਮੈਂ ਤੁਹਾਨੂੰ ਹੋਰ ਜ਼ਿਆਦਾ ਇਹਦੇ ਵਿੱਚੋਂ ਨਹੀਂ ਖਿੱਚਦਾ ਤੇ ਤੁਸੀਂ ਲੁੱਟੋ ਬੋਲੇ ਤੇ ਆਪਾਂ ਆਪਣੀ ਇਸ ਗੱਲਬਾਤ ਨੂੰ ਦਿੰਦੇ ਹਾਂ ਵਿਰਾਮ। ਬਹੁਤ ਮਿਹਰਬਾਨੀ। ਧੰਨਵਾਦ ਜੀ।